ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਜਾਉ ਮੈਂ ਰੂਪ ਕੀਏ ਬਹੁ ਤੇਰੇ, ਅਬ ਫੁਨ ਰੂਪ ਨਾ ਹੋਈ। ਤਾਗਾ ਤੰਤ ਸਾਜ ਸਭ ਥਾਕਾ, ਰਾਮ ਨਾਮ ਬਸ ਹੋਈ। ਅਬ ਮੋਹਿ ਨਾਚਨੋ ਨ ਆਵੈ, ਮੇਰਾ ਮਨ ਮੰਦਰਿਆ ਨ ਬਜਾਵੈ। ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਕਾਮ ਚੋਲਨਾ ਭਇਆ ਹੈ ਪੁਰਾਨਾ, ਗਿਆ ਭਰਮ ਸਭ ਛੂਟੀ। ਸਰਬ ਭੂਤ ਏਕੈ ਕਰ ਜਾਣਿਆ, ਚੂਕੇ ਬਾਦ ਵਿਵਾਦਾ। ਕਹੈ ਕਬੀਰ ਮੈਂ ਪੂਰਾ ਪਾਇਆ, ਭਏ ਰਾਮ ਪ੍ਰਸਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ, ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਸ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਮਾਇਆ ਦੇ ਵਿੱਚੋਂ ਨਿਕਲ ਕੇ, ਜਿਸ ਵੇਲੇ ਜੀਵ ਉਸ ਮਾਇਆ ਦੇ ਵਿੱਚ ਅਭੇਦ ਹੁੰਦਾ ਹੈ, ਸੰਸਾਰ ਦੇ ਵਿੱਚੋਂ ਨਿਕਲ ਕੇ ਪ੍ਰਾਣੀ ਜਿਸ ਵੇਲੇ ਨਿਰੰਕਾਰ ਦੇ ਵਿੱਚ ਅਭੇਦਤਾ ਹਾਸਲ ਕਰਦਾ ਹੈ, ਉਸ ਵੇਲੇ ਫਿਰ ਜੋ ਅਵਸਥਾ ਤਨ 'ਤੇ ਆਉਂਦੀ ਹੈ, ਉਹਨੂੰ ਭਗਤ ਕਬੀਰ ਸਾਹਿਬ ਜੀ ਅੱਜ ਬਖਸ਼ਿਸ਼ ਕਰਕੇ ਸਮਝਾ ਰਹੇ ਨੇ। ਕਬੀਰ ਸਾਹਿਬ ਕਹਿਣ ਲੱਗੇ, ਜਿਹੜਾ ਮੇਰਾ ਮਨ ਹੈ ਨਾ, ਅੱਗੇ ਮਾਇਆ ਦੇ ਨਾਲ ਹਰ ਵੇਲੇ ਨੱਚਦਾ ਰਹਿੰਦਾ ਸੀ। ਕਦੀ ਮਨ ਇੱਧਰ ਨੂੰ ਭਟਕਦਾ ਏ, ਕਦੀ ਇੱਧਰ ਨੂੰ ਭਟਕਦਾ ਏ। ਕਹਿਣ ਲੱਗੇ ਹੁਣ ਮਨ ਦੇ ਵਿੱਚ ਸਹਿਜ ਆ ਗਿਆ, ਇਹ ਟਿਕ ਚੁੱਕਾ ਏ। ਇਹਨੇ ਹੁਣ ਭੁੜਕਣਾ, ਇਹਨੇ ਹੁਣ ਨੱਚਣਾ ਛੱਡ ਦਿੱਤਾ ਏ। ਕਿਉਂ ਛੱਡਿਆ? ਕਿਉਂਕਿ ਜਿਹੜੇ ਮਨ ਨੂੰ ਨਚਾਉਣ ਵਾਲੀ ਢੋਲਕੀ ਸੀ ਨਾ, ਉਹ ਵੱਜਣੀ ਬੰਦ ਹੋ ਗਈ ਹੈ। ਜਦੋਂ ਅਸੀਂ ਬਾਹਰੀ ਨਿਰਤ ਦੀ ਗੱਲ ਕਰਾਂਗੇ, ਯਾਦ ਰੱਖਿਓ ਮਨੁੱਖ ਉਦੋਂ ਨੱਚਦਾ ਜਦੋਂ ਢੋਲ ਜਾਂ ਢੋਲਕੀ ਵਜਾਇਆ ਜਾਂਦਾ। ਢੋਲ ਦੇ ਡੱਗੇ ਤੋਂ ਬਿਨਾਂ ਨੱਚਿਆ ਨਹੀਂ ਜਾ ਸਕਦਾ। ਚਲੋ ਅੱਜ ਤੇ ਬੜੇ ਤਰ੍ਹਾਂ ਦਾ ਗੀਤ ਜਾਂ ਸੰਗੀਤ ਆ ਗਿਆ ਨਾ, ਪੁਰਾਣਾ ਜਿਹੜਾ ਸੀ ਉਹ ਢੋਲ ਤੇ ਢੋਲਕੀ ਦੋ ਸਾਜ਼ ਜ਼ਿਆਦਾ ਜਿਹੜੇ ਵਰਤੇ ਜਾਂਦੇ ਸਨ। ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅੱਜ ਕਹਿਣ ਲੱਗੇ ਆਬ ਮੋਹੇ ਨਾਚਨੋ ਨਾ ਆਵੇ। ਕਹਿੰਦੇ ਹੁਣ ਮੈਨੂੰ ਨੱਚਣਾ ਨਹੀਂ ਆਉਂਦਾ, ਭਾਵ ਮੈਂ ਨੱਚਣਾ ਬੰਦ ਕਰ ਦਿੱਤਾ, ਮਾਇਆ ਦੇ ਨਾਲ ਭਟਕਣਾ ਬੰਦ ਕਰ ਦਿੱਤਾ। ਕਿਉਂ? ਮੇਰਾ ਮਨ ਮੰਦਰਿਆ ਨਾ ਬਜਾਵੈ। ਮੰਦਰਿਆ ਦਾ ਅਰਥ ਕਰਾਂਗੇ ਢੋਲਕੀ। ਹੁਣ ਮੇਰਾ ਮਨ ਜਿਹੜਾ ਹੈ ਨਾ, ਉਹ ਭਟਕਣਾ ਰੂਪੀ ਜਿਹੜੀ ਢੋਲਕੀ ਹੈ, ਤ੍ਰਿਸ਼ਨਾ ਰੂਪੀ ਜਿਹੜੀ ਢੋਲਕੀ ਇੱਧਰ ਉੱਧਰ ਵੱਜਦੀ ਸੀ ਨਾ, ਉਹਨੇ ਉਹ ਵਜਾਉਣੀ ਬੰਦ ਕਰ ਦਿੱਤੀ ਹੈ। ਅਤੇ ਇੱਕ ਆਪਾਂ ਕਬੀਰ ਸਾਹਿਬ ਜੀ ਦਾ ਬਚਨ ਅੱਜ ਤੋਂ 10-12 ਜਿਹੜੇ ਨੇ ਉਹ ਦਿਨ ਪਹਿਲਾਂ ਸਾਂਝਾ ਕੀਤਾ ਸੀ ਕਿ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਿ, ਤੇ ਉਹਦਾ ਵੀ ਜਿਹੜਾ ਤੱਤ ਭਾਵ ਸੀ ਇਹਦੇ ਨਾਲ ਜੁੜਦਾ ਹੈ। ਆਪਾਂ ਉਹ ਸ਼ਬਦ ਵੱਲ ਨਹੀਂ ਅੱਜ ਜਾਣਾ, ਕਿਉਂਕਿ ਉਹਦੀ ਵਿਚਾਰ ਕੀਤੀ ਹੈ। ਮੈਂ ਉਦੋਂ ਵੀ ਉਦਾਹਰਨਾਂ ਦਿੱਤੀਆਂ ਸਨ, ਅੱਜ ਫਿਰ ਕੁਝ ਗੱਲਾਂ ਰਿਪੀਟ ਹੋਣਗੀਆਂ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਇਹ ਮਨ ਓਨਾ ਚਿਰ ਹੀ ਭੁੜਕਦਾ ਏ, ਓਨਾ ਚਿਰ ਹੀ ਇੱਧਰ ਉੱਧਰ ਜਾਂਦਾ, ਜਿੰਨਾ ਚਿਰ ਤੱਕ ਇਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਜਾਂਦਾ। ਕੋਈ ਵੀ ਰਾਹੀ ਹੈ ਨਾ, ਉਹਦਾ ਸਫ਼ਰ ਓਨਾ ਚਿਰ ਤੱਕ ਦਾ ਹੈ ਜਿੰਨਾ ਚਿਰ ਤੱਕ ਉਹ ਮੰਜ਼ਿਲ 'ਤੇ ਨਹੀਂ ਜਾਂਦਾ। ਜਿਸ ਦਿਨ ਮੰਜ਼ਿਲ ਮਿਲ ਜਾਂਦੀ ਹੈ, ਉਸ ਦਿਨ ਉਹਦਾ ਜਿਹੜਾ ਸਫ਼ਰ ਹੈ ਉਹ ਮੁੱਕ ਜਾਂਦਾ ਹੈ। ਗੱਲ ਇੰਨੀ ਕੁ ਹੈ ਕਿ ਕਿਸੇ ਦਾ ਸਫ਼ਰ ਕੁਝ ਕੁ ਕਿਲੋਮੀਟਰਾਂ ਦਾ ਹੈ
ਤੇ ਕੁਝਾਂ ਦਾ ਜਿਹੜਾ ਸਫ਼ਰ ਹੈ ਕਈ ਹਜ਼ਾਰ ਕਿਲੋਮੀਟਰਾਂ ਦਾ ਸਫ਼ਰ ਇੱਕ ਦਿਨ ਸਾਰਿਆਂ ਦਾ ਮੁੱਕੇਗਾ ਜ਼ਰੂਰ। ਬਸ ਮਨ ਜਿਹੜਾ ਹੈ ਉਹ ਆਪਣੇ ਜਿੰਨਾ ਚਿਰ ਨਿੱਜ ਘਰ ਦੇ ਵਿੱਚ ਆਣ ਕੇ ਨਹੀਂ ਟਿਕਦਾ, ਆਪਣੇ ਅਸਲ ਸਰੂਪ ਪਰਮਾਤਮਾ ਦੇ ਵਿੱਚ ਨਹੀਂ ਟਿਕਦਾ, ਉਹਨਾਂ ਚਿਰ ਜਿੰਨਾ ਮਰਜ਼ੀ ਇਹਨੂੰ ਖੁਸ਼ ਕਰ ਲਿਓ ਇਹਨੇ ਖੁਸ਼ ਨਹੀਂ ਜੇ ਹੋਣਾ। ਮਨੁੱਖ ਦਾ ਇੱਕ ਸੁਭਾਅ ਹੈ, ਮਨੁੱਖ ਇਹਨੂੰ ਖੁਸ਼ ਕਰਨ ਦੇ ਵਾਲੇ ਪਾਸੇ ਤੁਰਦਾ। ਦੋ ਚੀਜ਼ਾਂ ਨੇ, ਦੋ ਤਰ੍ਹਾਂ ਨਾਲ ਸਾਡਾ ਮਨ ਖੁਸ਼ ਹੁੰਦਾ ਹੈ। ਇੱਕ ਪਦਾਰਥਾਂ ਦੇ ਨਾਲ ਹੁੰਦਾ ਹੈ, ਵਸਤੂਆਂ ਦੇ ਨਾਲ, ਤੇ ਦੂਸਰਾ ਜਿਹੜਾ ਉਹ ਜੀਆਂ ਦੇ ਨਾਲ, ਰਿਸ਼ਤੇਦਾਰੀਆਂ ਦੇ ਨਾਲ ਖੁਸ਼ ਹੁੰਦਾ ਹੈ। ਪਰ ਦੋਵਾਂ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਸਮਾਂ ਨਿਕਲ ਜਾਂਦਾ ਹੈ। ਮੈਂ ਅੱਜ ਪੜ੍ਹ ਰਿਹਾ ਸੀ ਜਿਹੜੇ ਪਦਾਰਥ ਨੇ ਨਾ, ਜੋ ਕੋਈ ਵੀ ਵਸਤੂ ਹੈ ਉਹਦੀ ਕਦਰ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਾਡੇ ਕੋਲ ਕੁਝ ਆ ਨਹੀਂ ਜਾਂਦਾ। ਉਹਦਾ ਜਿਹੜਾ ਕਰੇਜ਼ ਹੈ, ਉਹਦਾ ਜਿਹੜਾ ਸ਼ੌਂਕ ਹੈ, ਉਹ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਾਡੇ ਕੋਲ ਉਹ ਵਸਤੂ ਆ ਨਹੀਂ ਜਾਂਦੀ। ਜਦੋਂ ਵਸਤੂ ਆ ਜਾਂਦੀ ਹੈ, ਕੋਲ ਹੀ ਪਈ ਹੁੰਦੀ ਹੈ, ਸਾਡਾ ਧਿਆਨ ਹੀ ਕੋਈ ਨਹੀਂ ਹੁੰਦਾ, ਉਹਦਾ ਚਾਅ ਲੱਥ ਜਾਂਦਾ ਹੈ। ਮੈਂ ਪਿਛਲੇ ਸਮੇਂ 'ਚ ਕਿਹਾ ਸੀ ਨਾ, ਮਨੋਵਿਗਿਆਨ ਕਹਿੰਦਾ ਜਿਹੜੀ ਖੁਸ਼ੀ ਹੈ ਉਹ 9 ਦਿਨ ਚੱਲਦੀ ਹੈ। ਮੰਨ ਲਓ ਕਿਸੇ ਨੂੰ ਗੱਡੀ ਦਾ ਸ਼ੌਂਕ ਹੈ, ਉਹਨੇ ਗੱਡੀ ਲੈ ਲਈ। ਜਦੋਂ ਗੱਡੀ ਨਹੀਂ ਸੀ ਉਹਦੇ ਕੋਲ ਹੈਗੀ ਜਿਹੜੀ ਉਹਦੀ ਮਨਪਸੰਦ ਸੀ, ਮਨ ਭੜਕਦਾ ਸੀ, ਮਨ ਕਹਿੰਦਾ ਸੀ ਮੈਂ ਆਹ ਗੱਡੀ ਲੈਣੀ, ਆਹ ਲੈਣੀ ਹੈ। ਹਰ ਵੇਲੇ ਜਿੱਥੇ ਵੀ ਉਹ ਗੱਡੀ ਦੇਖਦਾ ਸੀ ਮਨ ਲਾਲਚ ਕਰਦਾ ਸੀ ਮੈਂ ਇਹਨੂੰ ਪ੍ਰਾਪਤ ਕਰਾਂ। ਜਦੋਂ ਗੱਡੀ ਆ ਗਈ, ਹੁਣ ਕਈ ਵਾਰੀ ਧੋਣ ਦਾ ਵੀ ਚੇਤਾ ਨਹੀਂ ਰਹਿੰਦਾ, ਘਰੇ ਲੱਗੀ ਰਹਿੰਦੀ ਹੈ। ਹੁਣ ਉਹ ਜਿਹੜਾ ਕਰੇਜ਼ ਸੀ, ਜਿਹੜਾ ਸ਼ੌਂਕ ਸੀ ਨਾ, ਉਹ ਮੁੱਕ ਚੁੱਕਾ, ਉਹ ਘਟ ਚੁੱਕਾ। ਹੁਣ ਉਹ ਗੱਡੀ ਇੱਕ ਲੋੜ ਬਣ ਕੇ ਰਹਿ ਗਈ ਹੈ, ਅੰਦਰਲਾ ਜਿਹੜੀ ਖਿੱਚ ਸੀ ਉਹ ਖਤਮ ਹੋ ਗਈ ਹੈ। ਕੋਈ ਵੀ ਵਸਤੂ ਹੈ, ਕੋਠੀ ਹੈ, ਇਹਨੂੰ ਮੈਂ ਹੋਰ ਸੌਖਾ ਕਰ ਦਿੰਦਾ। ਅੱਜ ਸਾਡੇ ਬੱਚਿਆਂ ਨੂੰ ਆਈਫੋਨ ਦਾ ਬੜਾ ਸ਼ੌਂਕ ਹੈ, ਹਰੇਕ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਮੈਂ ਆਈਫੋਨ ਲਵਾਂ, ਨਵੇਂ ਤੋਂ ਨਵਾਂ ਉਹਦਾ ਮਾਡਲ ਆਉਂਦਾ ਲੇਟੈਸਟ। ਪਰ ਇਹ ਸ਼ੌਂਕ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਮੋਬਾਈਲ ਤੁਹਾਡੇ ਹੱਥ 'ਚ ਨਹੀਂ ਆਉਂਦਾ। ਹੱਥ 'ਚ ਆਉਂਦਾ ਹੈ, 5-7 ਸੈਲਫੀਆਂ ਲਈਆਂ, ਪਤਾ ਲੱਗਾ ਕਿ ਕੋਈ ਬਹੁਤਾ ਫੀਚਰ ਇਹਦੇ ਚੇਂਜ ਨਹੀਂ ਹੋਏ, ਉਹ ਸ਼ੌਂਕ ਉਹ ਲੱਥ ਜਾਂਦਾ ਹੈ। ਹੁਣ ਪਰੇ ਪਿਆ ਰਹਿੰਦਾ ਫੋਨ, ਪਤਾ ਹੀ ਕੋਈ ਨਹੀਂ ਹੈ। ਜਦੋਂ ਇਹ ਫੋਨ ਕਿਸੇ ਦੋਸਤ ਮਿੱਤਰ ਦੇ ਕੋਲ ਵੇਖਦਾ ਸਾਂ, ਉਦੋਂ ਮੇਰਾ ਮਨ ਭੜਕਦਾ ਸੀ ਕਿ ਮੈਂ ਵੀ ਇਹਨੂੰ ਪ੍ਰਾਪਤ ਕਰ ਲਾਂ। ਪ੍ਰਾਪਤ ਕਰ ਲਿਆ, ਇਹਦੀ ਕਦਰ ਖਤਮ ਹੋ ਗਈ। ਦੂਸਰੀ ਉਦਾਹਰਨ, ਸੰਸਾਰ ਜਿਹੜੇ ਜੀਆਂ ਦੀ ਕਦਰ ਹੈ ਨਾ, ਉਹ ਜਾਣ ਤੋਂ ਬਾਅਦ ਪ੍ਰਾਪਤ ਉਹਦਾ ਪਤਾ ਲੱਗਦਾ ਹੈ। ਕੋਈ ਭੈਣ ਹੈ, ਭਰਾ ਹੈ, ਮਾਂ ਹੈ, ਬਾਪ ਹੈ, ਦੋਸਤ ਹੈ, ਮਿੱਤਰ ਹੈ ਨਾ, ਜਿੰਨਾ ਚਿਰ ਇਹ ਰਿਸ਼ਤੇ ਸਾਡੇ ਕੋਲ ਹੋਣਗੇ, ਇਹਨਾਂ ਰਿਸ਼ਤਿਆਂ ਦੇ ਵਿੱਚ ਇੱਕ ਗੱਲ ਯਾਦ ਰੱਖਿਓ, ਜਿੱਥੇ ਦੋ ਭਾਂਡੇ ਨੇ ਉਹ ਖੜਕਦੇ ਹੀ ਰਹਿਣੇ ਨੇ। ਜਿੱਥੇ ਦੋਸਤੀ ਹੈ, ਜਿੱਥੇ ਪਿਆਰ ਹੈ, ਜਿੱਥੇ ਕੋਈ ਆਪਣਾਪਨ ਹੈ, ਉਹ ਹਰ ਵਾਰੀ ਖੁਸ਼ੀ ਨਹੀਂ ਉੱਥੋਂ ਮਿਲਦੀ ਹੁੰਦੀ। ਕਿਉਂਕਿ ਜੇ ਤੁਸੀਂ ਸਮਾਜ 'ਚ ਰਹਿਣਾ, ਦਿਨ ਵੀ ਆਵੇਗਾ ਤੇ ਰਾਤ ਵੀ ਆਵੇਗੀ। ਪਰਿਵਾਰ ਦੇ ਵਿੱਚ ਤੇਰ ਮੇਰ ਚੰਗਾ ਮਾੜਾ ਹਰੇਕ ਰਿਸ਼ਤੇ ਦੇ ਵਿੱਚ ਚੱਲਦਾ ਹੈ। ਸਾਨੂੰ ਉਸ ਵੇਲੇ ਉਸ ਰਿਸ਼ਤੇ ਦੀ ਕਦਰ ਨਹੀਂ, ਦੁੱਖ ਉਦੋਂ ਲੱਗਦਾ ਜਦੋਂ ਉਹ ਰਿਸ਼ਤਾ ਸਾਡੇ ਕੋਲੋਂ ਟੁੱਟ ਕੇ ਕਈ ਕੋਹਾਂ ਦੂਰ ਜਾ ਚੁੱਕਾ ਹੁੰਦਾ ਹੈ। ਉਸ ਤੋਂ ਬਾਅਦ ਪਛਤਾਵਾ ਰਹਿ ਜਾਂਦਾ, ਹੋਰ ਕੁਛ ਨਹੀਂ ਰਹਿੰਦਾ। ਮਨੁੱਖ ਕਹਿੰਦਾ ਮੇਰੇ ਕੋਲ ਸੀ ਪਰ ਮੈਂ ਗਵਾ ਬੈਠਾ, ਹੁਣ ਉਹਦੀ ਕੋਈ ਕਦਰ ਨਹੀਂ ਰਹੀ। ਉਹ ਕੋਈ ਵੀ ਹੋ ਸਕਦਾ, ਸਾਡੀ ਭੈਣ, ਭਰਾ, ਮਾਂ, ਬਾਪ, ਦੋਸਤ, ਮਿੱਤਰ, ਕੁਛ ਵੀ ਹੋ ਸਕਦਾ। ਅਕਸਰ ਤੁਸੀਂ ਵੇਖੋ ਕਿ ਜਦੋਂ ਮਨੁੱਖ ਦੇ ਕੋਲ ਮਾਂ ਬਾਪ ਹੁੰਦੇ ਨੇ ਨਾ, ਉਦੋਂ ਉਹਨਾਂ ਨੂੰ ਕਦਰ ਨਹੀਂ ਹੁੰਦੀ। ਜਦੋਂ ਗੁਜ਼ਰ ਜਾਂਦੇ ਨੇ ਉਦੋਂ ਫਿਰ ਮਨੁੱਖ ਅੱਖਾਂ ਦੇ ਵਿੱਚੋਂ ਅੱਥਰੂ ਸੁੱਟਦਾ ਹੈ, ਕਹਿੰਦਾ ਕਿ ਮਾਂ ਬਾਪ ਵਰਗੀ ਚੀਜ਼ ਕੋਈ ਨਹੀਂ। ਮੈਂ ਇਹੋ ਜਿਹੇ ਲੋਕ ਵੇਖੇ। ਇੱਕ ਵਾਰੀ ਕਾਫੀ ਸਮਾਂ ਹੋ ਗਿਆ, ਮੈਂ ਕਿਤੇ ਬੈਠਾ ਸਾਂ ਸੱਜਣ ਤਾਈ ਦੇ ਵਿੱਚ। ਉਹ ਬੰਦਾ ਹੈ ਤੇ ਚਲੋ ਮੇਰੇ ਪਿਤਾ ਜੀ ਦੀ ਉਮਰ ਦਾ ਕਾਫੀ ਸਿਆਣਾ ਸੀ। ਗੱਲ ਚੱਲ ਗਈ ਮੈਂ ਵੀ ਅੱਜ ਕੱਲ੍ਹ ਸਮਾਂ ਜਿਹੋ ਜਿਹਾ ਨਾ, ਤਕਰੀਬਨ ਸਾਰਾ ਕੁਝ ਮੁੱਲ ਮਿਲ ਜਾਂਦਾ ਹੈ। ਉਹਦੇ ਮਾਤਾ ਪਿਤਾ ਜੀ ਗੁਜ਼ਰ ਗਏ। ਮੈਨੂੰ ਕਹਿਣ ਲੱਗਾ ਸ਼ੇਰ ਸਿੰਘ ਜੀ ਨਹੀਂ, ਮਾਂ ਬਾਪ ਨਹੀਂ ਮਿਲਦੇ ਕਦੀ ਵੀ। ਮੈਂ ਕਿਹਾ ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਇਹ ਗੱਲ ਜਿਉਂਦਿਆਂ ਤੁਸੀਂ ਕਿਤੇ ਕਹੀ ਹੁੰਦੀ, ਉਹਨਾਂ ਦੀ ਸੇਵਾ ਕੀਤੀ ਹੁੰਦੀ, ਅੱਜ ਬਹੁਤਾ ਪਛਤਾਵਾ ਹੁੰਦਾ। ਪਤਾ ਹੋਣਾ ਸੀ ਕਿ ਮੈਂ ਮਾਂ ਬਾਪ ਦਾ ਪਿਆਰ ਹਾਸਲ ਕਰ ਚੁੱਕਾ। ਜਿਉਂਦੇ ਨੂੰ ਅਸੀਂ ਸਾਂਭਦੇ ਨਹੀਂ ਆ, ਮਰਿਆਂ ਦੇ ਸਰਾਧ ਕਰਾਏ ਜਾਂਦੇ ਨੇ। ਰਿਸ਼ਤੇ ਜਿਹੜੇ ਨੇ ਉਹ ਜਾਣ ਤੋਂ ਬਾਅਦ ਪਤਾ ਲੱਗਦਾ ਹੈ। ਪਦਾਰਥ ਜਿਹੜੇ ਨੇ ਆਉਣ ਤੋਂ ਬਾਅਦ ਕਦਰ ਮੁੱਕ ਜਾਂਦੀ ਹੈ। ਇਹ ਮਨ ਨਾ ਪਦਾਰਥਾਂ 'ਤੇ ਖੁਸ਼ ਹੁੰਦਾ ਜੇ ਤੇ ਨਾ ਹੀ ਰਿਸ਼ਤਿਆਂ 'ਤੇ ਕਦੇ ਖੁਸ਼ ਹੁੰਦਾ ਜੀ। ਕੋਈ ਇਹੋ ਜਿਹਾ ਤੁਸੀਂ ਦੁਨੀਆ ਦਾ ਪਦਾਰਥ ਦੱਸੋ ਜਿਹੜਾ ਪਦਾਰਥ ਤੁਸੀਂ ਪ੍ਰਾਪਤ ਕਰਨਾ ਸੀ, ਅੱਜ ਪ੍ਰਾਪਤ ਹੋ ਗਿਆ ਤੇ ਤੁਹਾਡਾ ਮਨ ਟਿਕ ਚੁੱਕਾ? ਨਹੀਂ ਟਿਕਦਾ। ਜਦੋਂ ਕਦੀ ਘਰ ਦੇ ਵਿੱਚ ਗਰੀਬੀ ਸੀ ਤੇ ਛੱਤਾਂ ਚੁੰਦੀਆਂ ਸਨ, ਕਹਿੰਦਾ ਮੈਂ ਤਰਪਾਲ ਲਿਆ ਕੇ ਪਾ ਲਵਾਂ ਤੇ ਚਲੋ ਮੀਂਹ ਸੌਖੇ ਨਿਕਲ ਜਿਆ ਕਰਨਗੇ। ਤਰਪਾਲ ਤੋਂ ਬਾਅਦ ਕੋਠਾ ਵੀ ਪੈ ਗਿਆ, ਲੈਂਟਰ ਵੀ ਪੈ ਗਿਆ, ਅੱਜ ਕੋਠੀ ਪੈ ਗਈ। ਅਜੇ ਵੀ ਕਹਿੰਦਾ ਨਾਲ ਦਾ ਪਲਾਟ ਹੋਰ ਨਾ ਇੱਕ ਖਰੀਦ ਲਵਾਂ। ਮਨ ਟਿਕਿਆ ਨਹੀਂ, ਮਨ ਗਾਂ ਦੀ ਗਾਂ ਵੱਧਦਾ ਹੈ, ਗਾਂ ਵੱਧਦਾ। ਜਦੋਂ ਪੈਦਲ ਤੁਰ ਕੇ ਜਾਂਦਾ ਸੀ, ਬੱਸੇ ਆਉਣਾ ਜਾਣਾ ਪੈਂਦਾ ਸੀ ਨਾ, ਮੈਂ ਆਪਣੀ ਗੱਲ ਦੱਸਦਾ, ਮੈਂ ਬੜਾ ਸਫ਼ਰ ਜਿਹੜਾ ਹੈ ਉਹ ਬੱਸਾਂ ਦੇ ਵਿੱਚ ਕੀਤਾ। ਜਦੋਂ ਮੀਂਹ ਪੈਣਾ ਉਦੋਂ ਮਨ ਸੋਚਦਾ ਸੀ ਮਨਾ ਕਿਤੇ ਸਕੂਟਰ ਮੋਟਰਸਾਈਕਲ ਹੋਵੇ ਤੇ ਆ ਮੀਂਹ ਤੋਂ ਟਾਈਮ ਦੇ ਨਾਲ ਨਿਕਲ ਜੇ। ਅੱਜ ਮੇਰੇ ਕੋਲ ਮੋਟਰਸਾਈਕਲ ਹੈ, ਮਨ ਕਹਿੰਦਾ ਗੱਡੀ ਹੋਵੇ ਤੇ ਘੱਟੋ ਘੱਟ ਬੰਦਾ ਭਿੱਜੇ ਤਾਂ। ਜਿਸ ਦਿਨ ਗੱਡੀ ਆ ਗਈ, ਜਿਹੋ ਜਿਹਾ ਮੇਰਾ ਕੰਮ ਹੈ ਪ੍ਰਚਾਰ ਦਾ, ਕਦੀ ਇੱਧਰੋਂ ਕਦੀ ਇੱਧਰ, ਉਸ ਦਿਨ ਕਹਿਣਾ ਵੀ ਭਲਿਆ ਜਹਾਜ਼ੇ ਚੜ੍ਹ ਜਿਆ ਕਰੀਏ ਤੇ ਛੇਤੀ ਆਉਣਾ ਜਾਣਾ ਹੋ ਜੇ। ਨਾ ਮਨੁੱਖ ਕਦੀ ਪਦਾਰਥਾਂ 'ਤੇ ਰਿਕਦਾ ਜੇ,
ना ये कदी रिश्तियां दे उत्ते टिकदा है। बचपन सी कहंदा सी मेरी माँ मेरा बाप है, वड्डा होया भैन भरा दोस्त मित्र बने, विआहया गया, पति पत्नी बच्चे आ गए, कहंदा मैं बच्चों को खुश करना है, बच्चे विआहे गए, हुण पोतरे पोतरियां वाले पासे तुरया फिरदा है। पोतरे पोतरियां खड़ा के इन्हें जवान कर ले, तो जे कहिए बापू मरना नहीं, कहंदा नहीं मैं पोतरे का विआह वेख के मरना है। ये रिश्तियां वाले पासों नहीं भी जे मुकदा। मेरे कहने का भाव इन्नियां उदाहरण का इन्ना कही है कि जिहड़ा मन है वो कदी भी नचनों, वो कदी भी भटकनों हट नहीं सकता जिन्ना चिर वो परमात्मा का नाम नहीं जपदा। परमात्मा का नाम ही एक इहो जिहा है जिहड़ा मनुख के मन नूं अपने थां दे उत्ते बन के रख सकता है। अज तक दुनिया के उत्ते कोई भी वहीकल बनया उन्होंने जिहड़ा बनाउण वाले ने ना उहदे इंजीनियर ने उन्होंने ब्रेक लाई है। साइकिल चलाउने आ, साइकिल नूं ब्रेक लगी हुई है। एरोप्लेन है, उन्होंने भी ब्रेक, वो भी खलोता जाता, उन्होंने भी खिलारिया जाता है। पर कभी मन नूं ब्रेक लगी वेखी तुसी? मन कदी रुकदा होवे? जोगी जिहड़े सन वो तप ता कर करके विचारे हार गए, पर यह मन उन्हां दे काबू दे विच नहीं आया, ये नहीं रुकिया। मन असल दे विच जिहड़ा रुकना सी वो गुरु दे शब्द दे नाल रुकना सी। काफ़ी समा पहला उदाहरण दित्ती सी मैं, याद रखियो। मन जिहड़ा वो सूक्ष्म है, मन जिहड़ा वो नज़र नहीं आउंदा सानूं। मन है कि एक सैकेंड विचों निकले। मन साडे फुरनियां दा संग्रह है ना, जिहड़े साडे फुरने ने वो जो इकट्ठे हो जाते हैं उन्होंने असीं मन का नाम दे देने। मन कोई बॉडी का पार्ट नहीं, जे बॉडी का पार्ट हुंदा तो यदी भी सर्जरी हो जाती, ये भी साफ कर दिता जाता, यदा भी खून जरा सी बदल दिता जाता डॉक्टरों वालों। पर इदां का कुछ नहीं, मन साडे फुरने ने। मन सूक्ष्म है, असीं इहनूं कंट्रोल जिहड़ा है वो अस्थूल चीज़ के नाल करनों फिरदे आ। मनुख शरीर नाल कंट्रोल करनों फिरदा जी मन नूं। ये कहंदा मैं कुछ माड़ा वेख लिया तो अखां कढ़ देवां, होया इदां की होया? वेख्या अखां ने, गलत फुरना मन दे विच पैदा होया तो कढ़ के अखां बैठ गया। अखां कढ़न दे नाल मन किते टिक गया, मन नहीं टिकिया। परिवार दे विच सी, कहंदा मन जिहड़ा भटकदा रब वाले पासे नहीं गया, जंगल च चला गया। जंगल दे विच जाण तो बाद भी मन ना टिकिया। हुण मन कहंदा कि मैं गां गुफावां दे विच चला जा, मन ने तो उत्थे भी जाके ब्रेक ना मारी। मन जिहड़ा है वो किते जाके टिकदा नहीं। जे ये टिकदा है तो वो सूक्ष्म चीज़ सूक्ष्म दे नाल टिकदी है, अस्थूल चीज़ दे नाल टिकदी। एक गुरु नानक साहब दी उदाहरण दे देना इहदे पर था। सतगुरां दा बचन है, कहण लगे जे ये साडा शरीर है गंदा हो जाए ना, असीं आउने जाने सफ़र करते हैं, क्योंकि ये शरीर कदी याद रखियो पवित्र नहीं हो सकता। शरीर साफ हो सकता है, मन पवित्र हो सकता, उहदे वल साडा ध्यान नहीं। अज हरेक मनुख कहंदा जी तन पवित्र, तन नहीं, तन साफ हुंदा है। कुछ घड़ियां बाद वेखो साडे मुसामां दे विचों, साडे रोमां दे विचों, साडे शरीर दे विचों जिहड़े ने वो कुछ ना कुछ रिसदा रहिंदा है। 9 दवारियां दे विचों ये शरीर फिर गंदला है। गुरु नानक साहब कहंदे तेरा तन जिहड़ा सी वो गंदला हो गया, इहनूं पानी दे नाल साफ कर लिया। तन ते पाए हुए बस्तर घट्टे मिट्टी धूड़ जम गई, इनू तू साबन दे नाल कर लिया। पर हुण तेरा तन साफ हो चुका है, कपड़े तू साफ पाए ने, एसी थले बैठा है, मन अजे भी गंदे दा गंदा है, उत्थे की करेगा? मन लो बहुत वधिया घर तुसीं लिशकाया होया है, कोई उत्थे घट्टा नहीं जांदा, मिट्टी दा कण नहीं जांदा, मन फिर गंदा है, उन्नू किदां साफ करना? सतगुरु कहंदे तन जिहड़ा सी वो अस्थूल सी, दिसदा सी, उन्नू पानी दिस दे नाल साफ कर दिता गया। कपड़े दिसदे सन, इनू दिसदे होए साबण अस्थूल दे नाल साफ कर दिता गया। ना मन दिखदा है, इनू साफ करने वास्ते बाबे नानक दा शब्द लै ला, क्योंकि याद रखी ना शब्द दिख, दोवें असूक्ष्म ने। वो असीं रोज़ बचन पढ़दे आ, भरीऐ हथ पैर तन देह, पानी धोतै उतर सखे मूत, पलीती कपड़ होए दे साबून, लईऐ ओह धोए, भरीऐ मत पापां कै संग। हुण मत ते पापां दे नाल पाप भी नज़र नहीं आउंदे। दो चीज़ां ने, एक अपराध है, एक पाप है। कानून अपराध की सज़ा दिंदा है। जो कानून कहते असीं कह जाने बंदा अपराधी पाया गया, उन्हें गुनाह किया, तन दे नाल सज़ा, फा दे दिओ इनू फड़ के, तन दे नाल सज़ा, अस्थूल दी अस्थूल दे नाल। मन जिहड़ा वो पापी है, एक दिन दे विच दुनिया दे विच पता नहीं मनुख रोज़ दे किन्ने क पाप कमाउंदा है। असीं ते गुरु दे कोल बैठे भी जिहड़ा आंढी गवांढी दा बुरा चुतवदे जाने आ, ये मन पापां दे नाल भरिया पिया है। वो धुप्प है, ये धुपेगा, ये नहीं कि ये मैल नहीं कट्टी जानी, वो धुप्प है। किदों धुपेगा? नावैं कै रंग, जो तेरे उत्ते परमात्मा का नाम का रंग चढ़ जाता है, जो नाम का रंग चढ़ता है, ये फिर मन एक थां ते टिक जाता। जिन्होंने कबीर साहब कहते आब मोहे नाचनो ना आवे, कहते हुण मेरा मन नहीं भटकदा, मन हुण टिक चुका है। जिन्होंने असीं बचन पढ़ते हैं, थिर घर बहसो हर जन प्यारे, सतगुर तुमरे काज सुहारे।
ਉਹ ਮਨ ਆਪਣੇ ਨਿੱਜ ਘਰ ਦੇ ਵਿੱਚ ਅਸਲੀ ਸਥਾਨ ਤੇ ਜਾ ਕੇ ਟਿਕ ਗਿਆ। ਜਿਵੇਂ ਇੱਕ ਦੋ ਉਦਾਹਰਨਾਂ ਦੇ ਕੇ ਸ਼ਬਦ ਦੀ ਵਿਚਾਰ ਵੱਲ ਆਵਾਂ। ਇੱਕ ਬੱਚਾ ਸਾਡਾ ਜਿਹੜਾ ਉਹ ਕੋਠੇ ਤੇ ਚੜ੍ਹਦਾ ਹੈ ਪਤੰਗ ਉਡਾਉਣ ਵਾਸਤੇ। ਬੜੀ ਸੋਹਣੀ ਹਵਾ ਵਗਦੀ ਹੈ, ਪਤੰਗ ਉੱਡਦੀ ਹੈ, ਸਾਰੀ ਦਿਹਾੜੀ ਉਡਾਈ ਜਾ ਰਿਹਾ। ਸ਼ਾਮਾਂ ਨੂੰ ਅਚਾਨਕ ਥੱਲੇ ਆ ਗਿਆ। ਅਸੀਂ ਆਨੇ ਪੁੱਤ ਕੀ ਹੋ ਗਿਆ, ਹੁਣ ਉਹ ਪਤੰਗ ਨਹੀਂ ਉਡਾਉਂਦਾ ਪਿਆ। ਉਹ ਕਹਿੰਦਾ ਕੀ ਕਰਾਂ, ਹਵਾ ਬੰਦ ਹੋ ਗਈ ਹੈ। ਯਾਦ ਰੱਖਿਓ, ਪਤੰਗ ਉਨਾ ਚਿਰ ਉੱਡਦੀ ਹੈ ਜਿੰਨਾ ਚਿਰ ਹਵਾ ਚੱਲਦੀ ਹੈ। ਹਵਾ ਨਾ ਚੱਲੇਗੀ ਪਤੰਗ ਥੱਲੇ ਆ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਸੋਨਾ ਦੇਖਦੇ ਹਾਂ, ਕੱਚਾ ਸੋਨਾ ਕੋਠਾਲੀ 'ਚ ਪਾਇਆ ਜਾਂਦਾ, ਉਹ ਭੁੜਕਦਾ ਹੈ। ਜਦੋਂ ਉਹਦੀ ਮੈਲ ਸੜ ਜਾਂਦੀ ਉਹ ਸੋਨਾ ਟਿਕ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਇਹਨਾਂ ਨੇ ਲਾਟੂ ਘੁਮਾਏ ਹੋਣੇ ਨੇ। ਉਹ ਲਾਟੂ ਉਹਨਾਂ ਚਿਰ ਘੁੰਮਦੇ ਨੇ ਜਿੰਨਾ ਚਿਰ ਉਹਨਾਂ ਨੂੰ ਮਰੋੜੀ ਦਿੱਤੀ ਜਾਂਦੀ ਹੈ। ਮਰੋੜੀ ਖਤਮ ਹੋ ਜੇ, ਯਾਦ ਰੱਖਿਓ ਲਾਟੂ ਟਿਕ ਜਾਂਦਾ ਹੈ। ਹਵਾ ਰੁਕ ਜਾਵੇ, ਪਤੰਗ ਥੱਲੇ ਆ ਜਾਂਦੀ ਹੈ। ਮਰੋੜੀ ਮੁੱਕ ਜਾਵੇ, ਲਾਟੂ ਖਲੋ ਜਾਂਦਾ ਹੈ, ਮੈਲ ਸੜ ਜਾਵੇ, ਸੋਨਾ ਜਿਹੜਾ ਉਹ ਟਿਕ ਜਾਂਦਾ ਹੈ। ਯਾਦ ਰੱਖਿਓ, ਜਿਸ ਦਿਨ ਮਨ ਦੀ ਮੈਲ ਸੜ ਜਾਵੇ ਗੁਰੂ ਦੇ ਸ਼ਬਦ ਦੇ ਨਾਲ, ਉਸ ਦਿਨ ਮਨ ਵੀ ਟਿਕ ਜਾਂਦਾ। ਫਿਰ ਮਨ ਨਹੀਂ ਕਿਸੇ ਪਾਸੇ ਭਟਕਦਾ। ਅੱਜ ਕਬੀਰ ਸਾਹਿਬ ਕਹਿੰਦੇ ਆਬ ਮੋਹਿ ਨਾਚਨੋ ਨਾ ਆਵੇ। ਕਹਿੰਦੇ ਹੁਣ ਮੇਰੇ ਮਨ ਨੂੰ ਨੱਚਣਾ ਨਹੀਂ ਆਉਂਦਾ। ਹੁਣ ਪਦਾਰਥਾਂ ਵੱਲ ਵੇਖ ਕੇ ਨਹੀਂ ਭਟਕਦਾ ਏ, ਕਿਉਂਕਿ ਇਹ ਰੱਜ ਚੁੱਕਾ ਹੈ। ਇਹ ਕਾਹਦੇ ਨਾਲ ਰੱਜਿਆ ਹੈ? ਸੰਤੋਖ ਦੇ ਨਾਲ। ਮਨੁੱਖ ਕਦੀ ਵੀ ਪੈਸੇ ਨਾਲ ਨਹੀਂ ਜੇ ਰੱਜਦਾ। ਜੇ ਆਖੇ ਨਾ ਪੈਸੇ ਨਾਲ ਰੱਜੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਫੈਸਲਾ ਕਹਿ ਲਗੇ ਬਿਨਾਂ ਸੰਤੋਖ ਨਹੀਂ ਕੋਈ ਰੱਜੇ। ਕੋਈ ਨਹੀਂ ਰੱਜ ਸਕਦਾ। ਉਹ ਸੰਤੋਖ ਦੇ ਨਾਲ ਹੀ ਰੱਜੇਗਾ। ਆਬ ਮੋਹਿ ਨਾਚਨੋ ਨਾ ਆਵੈ। ਕਿਉਂ ਨਹੀਂ ਨੱਚਿਆ ਜਾਂਦਾ? ਕਿਉਂਕਿ ਹੁਣ ਢੋਲਕੀ ਕੋਈ ਨਹੀਂ ਵੱਜਦੀ। ਜਿਹੜਾ ਸਾਜ਼ ਵੱਜੇਗਾ ਤੇ ਨੱਚਾਂਗੇ ਨਾ। ਕਹਿੰਦੇ ਹੁਣ ਜਿਹੜੀਆਂ ਆਸਾ ਮਨਸਾ ਦੀਆਂ ਢੋਲਕੀਆਂ ਸਨ, ਜਿਹੜੇ ਉਹਦੇ ਦੋ ਪੁੜੇ ਸਨ, ਉਹ ਵੱਜਣੇ ਬੰਦ ਹੋ ਗਏ। ਤ੍ਰਿਸ਼ਨਾ ਉੱਠਦੀ ਕੋਈ ਨਹੀਂ, ਉਹ ਮੰਗ ਚਾਹਤ ਪੈਦਾ ਹੀ ਕੋਈ ਨਹੀਂ ਹੁੰਦੀ। ਮੇਰਾ ਮਨ ਮੰਦਰੀਆ ਨਾ ਵਜਾਵੈ। ਮੇਰਾ ਮਨ ਜਿਹੜਾ ਉਹ ਹੁਣ ਢੋਲਕੀ ਨਹੀਂ ਵਜਾਉਂਦਾ, ਜਿਹਦੇ ਕਾਰਨ ਮਨ ਦਾ ਨੱਚਣ ਨੂੰ ਚਿੱਤ ਨਹੀਂ ਕਰਦਾ। ਉਹ ਆਰਾਮ ਦੇ ਨਾਲ ਬੈਠਾ ਹੋਇਆ। ਸੋ ਇਹ ਪਾਵਨ ਸ਼ਬਦ ਦਾ ਕੇਂਦਰੀ ਭਾਵ ਹੈ। ਆਰੰਭ ਦੇ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਆਸਾ। ਆਸਾ ਰਾਗ ਹੈ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 483 ਅੰਗ ਦੇ ਉੱਪਰ ਸੁਭਾਏਮਾਨ ਹੈ ਜੀ। ਕਬੀਰ ਸਾਹਿਬ ਆਰੰਭ 'ਚ ਬਖਸ਼ਿਸ਼ ਕਰਦੇ ਨੇ, ਜਾਓ ਮੈਂ ਰੂਪ ਕੀਏ ਬਹੁ ਤੇਰੇ, ਅਬ ਫੁਨ ਰੂਪ ਨਾ ਹੋਈ। ਰੂਪ ਦਾ ਅਰਥ ਸੁਹੱਪਣ ਵੀ ਹੁੰਦਾ ਹੈ। ਰੂਪ ਦਾ ਅਰਥ ਸਵਾਂਗ ਵੀ ਹੁੰਦਾ ਹੈ। ਕਿਸੇ ਦਾ ਸੰਗ ਉਹ ਸਵਾਂਗ ਉਤਾਰਨਾ। ਪਰ ਇੱਥੇ ਰੂਪ ਦਾ ਅਰਥ ਆਪਾਂ ਜਨਮ ਕਰ ਲਈਏ ਜ਼ਿਆਦਾ ਸੌਖਾ ਹੋ ਜਾਏਗਾ। ਕਬੀਰ ਸਾਹਿਬ ਕਹਿੰਦੇ ਕਿ ਹੇ ਪ੍ਰਭੂ ਜੀਓ, ਅੱਜ ਤੱਕ ਮੈਂ ਬੜੇ ਹੀ ਜਨਮ ਲੈ ਕੇ ਇਹ ਸਰੀਰ ਧਾਰਨ ਕੀਤੇ ਨੇ। ਰੂਪ ਦਾ ਅਰਥ ਸਰੀਰ ਕਰ ਲਈਏ। ਕਹਿੰਦੇ ਕਈ ਜਨਮ ਜਿਹੜੇ ਨੇ ਮੈਂ ਉਹ ਧਾਰਨ ਕੀਤੇ ਨੇ, ਕਦੀ ਕੁਝ ਬਣਿਆ ਕਦੀ ਕੁਝ ਬਣਿਆ। ਜਾਓ ਮੈਂ ਰੂਪ ਕੀਏ ਬਹੁ ਤੇਰੇ, ਅਬ ਫੁਨ ਰੂਪ ਨਾ ਹੋਈ। ਕਹਿੰਦੇ ਹੁਣ ਮੈਂ ਥੱਕ ਚੁੱਕਾ, ਕਿੰਨੇ ਕੁ ਜਨਮ ਧਾਰਨ ਕਰਾਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਈ ਵਾਰੀ ਕੁਛ ਬਣਿਆ, ਕਈ ਵਾਰੀ ਮੈਂ ਕੁਛ ਬਣਿਆ, ਕਦੀ ਪਹਾੜ ਬਣਿਆ, ਕਦੀ ਪਰਬਤ ਬਣਿਆ, ਕਈ ਵਾਰੀ ਕੀੜੇ ਮਕੌੜੇ ਬਣਿਆ, ਕਈ ਟੇਢੀਆਂ ਮੇਢੀਆਂ ਜੂਨਾਂ 'ਚ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੰਨਾ ਕੁ ਇਹ ਜਨਮਾਂ ਦੇ ਵਿੱਚ ਨਿਕਲਦਾ ਜਾਵਾਂ। ਹੁਣ ਤੇ ਇਹਨੂੰ ਮਾਫ ਖਤਮ ਕਰ ਦਿਓ ਨਾ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੇ ਅਰ ਗਰਭ ਬਸੇਰਾ। ਕਹਿੰਦੇ ਅਬ ਫੁਨ ਰੂਪ ਨਾ ਹੋਈ। ਹੁਣ ਮੇਰੇ ਕੋਲ ਰੂਪ ਧਾਰਨ ਨਹੀਂ ਕੀਤਾ ਜਾਣਾ। ਜੇ ਤੁਸੀਂ ਇਹ ਗੱਲ ਕਹਿ ਦਿਓ ਕਿ ਕਬੀਰ ਇੱਕ ਜਨਮ ਹੋਰ ਲੈ ਲਾ, ਕਹਿੰਦੇ ਕਿੰਨੇ ਕੁ ਜਨਮ ਲਊਂਗਾ, ਹੁਣ ਤੇ ਖੁਲਾਸੀ ਕਰ ਦਿਓ ਨਾ ਮੇਰੀ। ਇੱਕ ਬੰਦਾ ਮੰਨ ਲਓ ਕਿਸੇ ਦੇ ਕੋਲੋਂ ਪੈਸੇ ਲੈਣ ਜਾਂਦਾ, ਕੋਈ ਹਿਸਾਬ ਕਿਤਾਬ ਹੈ ਉਹਦਾ, ਉਹ ਵਿਚਾਰਾ ਗੇੜੇ ਮਾਰਦਾ, ਜਾਂ ਤੁਸੀਂ ਕਿਸੇ ਸਰਕਾਰੀ ਦਫ਼ਤਰੋਂ ਕੋਈ ਕੰਮ ਕਰਾਉਣਾ ਹੈ, ਉਹ ਜਾਂਦੇ ਜੇ, ਉਹ ਕਹਿੰਦਾ ਕੱਲ੍ਹ ਆ ਜੀ, ਪਰਸੋਂ ਜੀ, ਲਾਰੇ ਲਾਈ ਜਾਂਦਾ, ਤੁਸੀਂ ਜਾਂਦੇ ਜੇ। ਅਖੀਰ ਤੇ ਬੰਦਾ ਹਥਿਆਰ ਸੁੱਟ ਕੇ ਕਹਿੰਦਾ ਭਰਾਵਾ ਦੱਸ ਤੂੰ ਲੈਣਾ ਦੇਣਾ ਕੀ ਹੈ, ਕੰਮ ਨਿਬੇੜ ਮੇਰਾ, ਮੇਰੇ ਕੋਲ ਰੋਜ਼ ਗੇੜੇ ਨਹੀਂ ਵੱਜਦੇ। ਬਸ ਇਹੋ ਗੱਲ ਕਬੀਰ ਸਾਹਿਬ ਕਹਿੰਦੇ ਰੱਬਾ ਰੋਜ਼ ਗੇੜੇ ਨਹੀਂ ਵੱਜਦੇ। ਕਿੰਨੇ ਕੁ ਜਨਮ ਧਾਰਨ ਕਰਾਂ ਮੈਂ, ਕਿੰਨੀ ਕੁ ਵਾਰ ਜਿਹੜਾ ਉਹ ਪੁੱਠਾ ਲਟਕ ਕੇ ਜੂਨਾ ਧਾਰਨ ਕਰਦਾ ਆਵਾਂ। ਹੁਣ ਤੇ ਇਹਦਾ ਗੇੜਾ ਖਤਮ ਕਰਨਾ। ਕਹਿਣ ਲੱਗੇ ਜਾਓ ਮੈਂ ਰੂਪ ਕੀਏ ਬਹੁ ਤੇਰੇ। ਪਤਾ ਨਹੀਂ ਮੈਂ ਕਿੰਨੇ ਕੁ ਜੂਨਾਂ ਜਿਹੜੀਆਂ ਨੇ ਉਹ ਵੱਖ-ਵੱਖ ਰੂਪਾਂ ਦੇ ਵਿੱਚ ਧਾਰਨ ਕਰ ਚੁੱਕਾ ਹਾਂ। ਅਬ ਫੁਨ ਰੂਪ ਨਾ ਹੋਈ। ਹੁਣ ਮੈਂ ਰੂਪ ਧਾਰਨ ਨਹੀਂ ਕਰਾਂਗਾ, ਨਾ ਮੇਰੇ ਕੋ ਕੀਤਾ ਜਾਣਾ। ਥੱਕ ਚੁੱਕਾ। ਕਿਉਂ? ਤਾਗਾ ਤੰਤ ਸਾਜ ਸਭ ਥਾਕਾ। ਕਹਿੰਦੇ ਨੇ ਉਹ ਮੇਰੇ ਜਿਹੜੇ ਨੇ, ਜਿਹੜਾ ਧਾਗਾ ਹੈ ਮੋਹ ਦਾ, ਜਿਹੜੇ ਸਾਜ ਨੂੰ ਤਾਰਾਂ ਲੱਗੀਆਂ ਹੁੰਦੀਆਂ ਨੇ, ਤੰਤ ਦਾ ਅਰਥ ਕਰਾਂਗੇ ਤਾਰਾ, ਮੋਹ ਦੀਆਂ ਤਾਰਾਂ, ਉਹ ਸਾਜ ਵੱਜਣੋਂ ਥੱਕ ਚੁੱਕਾ। ਮੇਰੀ ਬਾਂਹ ਥੱਕ ਚੁੱਕੀ ਹੈ ਸਾਜ ਵਜਾ ਕੇ। ਅਸੀਂ ਕੋਈ ਗਵਈਆ ਦੇਖਦੇ ਹਾਂ, ਕੋਈ ਸਿੰਗਰ, ਉਹ ਕਿੰਨਾ ਕੁ ਲਿਮਟ ਹੁੰਦੀ ਹੈ ਜੀ ਹਰੇਕ ਦੇ ਗਾਉਣ ਦੀ, ਕਿੰਨਾ ਕੁ ਗਾ ਲੇਗਾ। ਬੱਚਾ ਸਾਡਾ ਇੱਕ ਇੱਥੇ ਮਗਰ ਬੈਠ ਕੇ ਰਬਾਬ ਵਜਾਉਂਦਾ, ਕਿੰਨੀ ਕੁ ਵਜਾ ਲੇਗਾ, ਹੱਥ ਥੱਕ ਜਾਂਦਾ ਹੈ, ਗਲਾ ਬੋਲਦਿਆਂ ਥੱਕ ਜਾਂਦਾ। ਕਬੀਰ ਸਾਹਿਬ ਕਹਿੰਦੇ ਤਾਗਾ ਤੰਤ ਸਾਜ ਸਭ ਥਾਕਾ।
मेरे जिहड़े मोह दे तंदां दीयां तारां पईयां होईयां सन, जिहड़ा साज भाव बनावट से अडंबर मैं रचाया होया सी ना, कदी कहना सा आ मेरा है, कदी कहना सा आ मेरा, कदी कहना सा भैन मेरी है, कदी कहना सा भरा मेरा है, कदी कहना सा पुत मेरा है, कदी कहना सा धी मेरी है। पर ये सारे दे सारे किसी ने साथ नहीं दिता, क्योंकि सुख के हेत बहुत दुख पावत सेव करत जन जन की। ज्यों ज्यों मैं इन्हां दे मगर मगर फिरिया, सुख लभदा फिरिया, पर विचों दुख ही निकले, कख भी नहीं निकले। मैं परिवार को खुश करने का यतन करता, ये होया ही नहीं खुश, अज तक नहीं होया। मैं उस दिन पिछले दिनों भी कहा सी ना, असी मनुख एक नौकरी करता 60 साल च रिटायर कर दिता जाता, तकरीबन 35 साल सर्विस हरेक मनुख कर जाता है, 35 तो 40 कोई 30 इत्थे एक सर्विस जिहड़ा है एक सरकारी वो कर जाता है। एक गल याद रखियो, जे तुहाडा टब्बर, इनू नैगेटिव ना लै जाओ, जे तुहाडा टब्बर 35-40 साल की कमाई के नाल नहीं ना रजिया, बाद ओवर टाइम जिन्ना मर्जी लाई जाओ उन्हें तां भी नहीं रजना। अपने वास्ते भी कुछ करिया करो, अपने मन वास्ते, अपने आत्मा वास्ते भी कुछ करिए। किते तो असीं गुरु के कोल बैठीए ना, दाड़े चिट्टे हो चुके ने, सिर दे केस चिट्टे हो चुके ने, अजे भी साडियां जिहड़ियां उमंगां ने ਉਹ परिवार ਦੀਆਂ ने, अजे भी साडा ध्यान नहीं जाता कि असीं गुरु की बाणी बह के पढ़ लईए, अजे भी साडा नाम जपण वाले पासे मन नहीं जाता। क्यों? क्योंकि अजे भी असीं जिहड़ियां ने वो जिवें खोते दे उत्ते भार लद्दिया जाता उदां बने फिरदे, अजे भी भार ढोई जा रहे। कबीर साहब कहिंदे, मैं थक चुका हा तागा तंत साज सब थाका, राम नाम बस होई। कहिंदे परमात्मा दे नाम ने सारा कुछ ही बस करा के रखता। भाव ज्यों मैं परमात्मा का नाम जपिया ना, उन्हें जन्म मरण के चक्करां दे विचों मैनूं कढ के परे रख दिता। एक सौखी उदाहरण दे देवां, मनुख सवेरे जांदा है घरों, निकलदा है काम दे उत्ते, कईयां दा काम भज दौड़ वाला है, कई सारी दिहाड़ी विचारे सफ़र दे विच भजदे टुटदे रहिंदे ने। सफ़र दे विच तुसीं 2 दिन रह जाओ जी, 10 दिन रह जाओ, जिथे मर्जी होटलां दे विच किसी दे घर च रात रह के रुक जाओ, मनुख कहंदा मैं थक गया घर जाना है। घर च की इहो जिहा नप्पिया भी जे तू घर च बैड लभदा तो बैड होटल च नहीं लगे, जे रोटी लभदा है तो रोटी घर दे विच है तो वह होटलों च नहीं मिलती, किसी बगानी जगह नहीं मिलती। नहीं, घर दे विच अपनापन है। कभी भी वेखियो मनुख 10 दिन 20 दिन घरों बाहर रह के आ जाए, थकिया हुंदा है, घर आण के बैड ते 10 मिनट जिहड़ा लक लाउंदा, कहंदा सारी थकावट लथ गई। क्यों? क्योंकि वह अपने असली घर च आ चुका है। ये मन जिथे मर्जी इनू भजा के लै जाओ, धन पदार्थ दे विच, धीआं पुत्तरां मोह ममता दे विच, ये कदी नहीं रजेगा। जो गुरु के शब्द दे विच आ गए, ये मन जिहड़ा रज के एक थां दे उत्ते टिक जाएगा। ये मन जिहड़ा उत्थे वस दे विच आ जाएगा, जिन्हों गुरु साहब की बाणी भी कहती है, मन वस आवे नानका जे पूर्ण कृपा होए। उहदी कृपा दे नाल ही ये आउंदा है। इत्थे कबीर साहब कहते तागा तंत साज सब थाका, राम नाम बस होई। हुण परमात्मा का नाम जप जप के उहदी बंदगी कर करके जिहड़ा मेरा जन्म मरण का चक्कर वो खत्म हो चुका है। आब मोहे नाचनो ना आवे। हुण मेरा मन जिहड़ा वो निरत कोई नहीं करता, मन मेरा जिहड़ा है वो इधर उधर भटकदा नहीं। मेरा मन मंदरिया ना बजावे, क्योंकि हुण आसा मनसा तृष्णा इत आदि जिहड़ियां ने वो ढोलकियां नहीं वजदियां। रहाओ अगे कहणगे काम क्रोध माया लै जारी। जारी का अर्थ करांगे इत्थे साड़ना। कहते मैनू काम ने कदी साड़िया सी, कदी क्रोध की अग ने रहिंदा खुंदा मैनू माया ने साड़ दिता। अगे तृष्णा गागर फूटी, तृष्णा की जिहड़ी मैं मटकी चुकी फिरदा सा ना, परमात्मा के नाम जपन दे नाल फूटी का अर्थ वो टुट गई, वो घड़ा भज गया, ला के वगाह करके मैं सिर दे उत्तों मारे। कदी मैनू वासना नहीं सी टिकन देंदी, कदी क्रोध नहीं सी टिकन देंदा। ये दो इहो जिहे विकार ने, जो भी बाणी च जिक्र आवेगा ना तकरीबन ये इकट्ठे आउंदे ने। वो आउण दा कारण है, मैनू माफ़ करना मैं इक्को वारी शब्द वरत देंगा, मनुख सरीरक तौर पर तो बजुर्ग हो जाता ने, ना इहदी वासना मरदी है तो ना ही इहदे अंदरों क्रोध मुकदा जी। बुढ़ा भी बंदा हो जाए ना, ਉਹਦੇ अंदरों भी ये दो चीज़ां नहीं मुकदियां। बुढ़ा भी तुरिया नहीं जाता, हिलिया नहीं जाता, तां भी टब्बर नूं खिज खिज के पैंदा, अंदरों गुस्सा नहीं खत्म होया, अजे भी वासना अंदर दी प्रबल है। इस करके कबीर साहब कहते इन्हां दोवां विकारां ने खास करके मेरी बस कराई हुई है। काम क्रोध माया, माया का अर्थ करेंगे ममता, माया लै जारी। इन्हां सारिਆਂ ਨੂੰ फड़ के मैं साड़ दिता, इन्हां ने अंदर नूं खत्म किया होया सी। तृष्णा गागर फूटी, तो जिहड़ियां आसा मनसा जिहड़ियां तृष्णा कदी उमंगा लाइयां सन, कदी किसे तो आस लाई सी, कदी किसे तो आस, कदी आ तृष्णा नहीं सी मुकदी, कदी दूजी तृष्णा नहीं सी मुकदी। कबीर साहब कहते वो तृष्णा की गागर भी टुट गई। हुण तृष्णा उठदी कोई नहीं, हुण किसी चीज़ की लोड़ कोई नहीं पैंदी। क्यों? क्योंकि काम चोलना भया है पुराना। कहते जिवें एक
तन ते पाया होया चोला एक कपड़ा पुराना हो जाए ना, वो पाट जाता है तो मनुख उन्होंने सुट दिंदा है। जिहड़ा ये विकार है, काम है, कहते ये परमात्मा के नाम के नाल फाटे पाटे हुए चोले के वांग हो गया, भाव इन्हें हुण मेरा खैड़ा छड्ड दिता। तो मैं बेनती आरंभ हुणे कीती है, ये दो जिहड़े विकार ने ना, ये नाम तो बिना नहीं जे जिते जाने। हंकार जिहड़ा मनुख नूं पदवी का, हंकार मनुख नूं पैसे का, हंकार सुहापन का, समा पा के हंकार टुट जाता है। जवानी का हंकार है ना, जवानी चली गई हंकार टुट गया। पैसे का हंकार है, गरीबी आ गई हंकार टुट गया। पदवी का हंकार सी वो भी टुट गया। अपने परिवार का हंकार से परिवार ने चुक के बिरध आश्रम च रख दिता, वो भी हंकार टुट गया। मोह सी बच्चों के नाल वो भी टुट गया। लोभ सी धन पदार्थों का वो भी टुट गया। पर ना काम मुक्का ना क्रोध मुक्का। कबीर साहब कहते ये परमात्मा के नाम के नाल खत्म होना है। काम चोलना भया है पुराना। कहते हुण परमात्मा की बंदगी कर करके ये जिहड़ा काम रूपी चोला सी ना, जिहड़ा वासना टिकन नहीं सी देंदी, ये पुराना हो गया। गया भरम सब छूटी। तो जिहड़े मेरे मन दे विच भरम बनिया सी ना कि शायद जिहड़ा इन्हां वासनावां दे विच रस होवेगा, शायद मेरा परिवार अपना होवेगा, शायद इत्थों मेरा मन खुश हो सकता है, कहते वो सारा भरम खत्म हो गया। जदों भरम खत्म होया सब छूटी, कहते सारियां दा स्यापा निबेड़ दिता, सारियां दा चक्कर निबेड़ दिता। सारियां ने फड़ के मैं जिहड़ा सी उन्हां दी छुट्टी कर दित्ती, भाव सारियां दा खैड़ा छड्ड दिता। अगे कह लगे सरब भूत एकै कर जानिया। याद रखियो भूत के अर्थ महान कोश दे विच तकरीबन जिहड़े दर्जन के करीब किए गए ने। परसों चौथ ये शब्द आया सी भूत का, उदों भी मैं जिक्र किया सी। भूत का अर्थ होंदा गुजर चुकिया होया समा। जिवें तीन साडे कोल समय ने ना, प्रैजेंट, पास्ट, फ्यूचर। मुश्किल इस गल दी है, मैं उस दिन भी कहा सी, अज सानू पास्ट का तो पता है, पर तुसी पास्ट नूं पंजाबी च की आखोगे, फ्यूचर नूं पंजाबी च की आखोगे, सानू ये बहुतिआं नूं नहीं पता लगता। उन्होंने कहते हैं भूतमान काल, वर्तमान काल। भूत काल, वर्तमान काल, भविख काल, ये तीन काल ने साडे। वर्तमान चल रहा, भविख आउण वाला, भूत गुजर चुका। मैं उदन भूत के अर्थ किए सन गुजर चुका। पर अज असी की करते, असी भूत की शक्ल वो बनाई है डरावनी जी, जी चड़ेल चड़ूल जी बनी, कोई भूत बनया है। पर इत्थे भूत का अर्थ है गुजर चुका। पर अज जिहड़ा भूत शब्द आया ना, ये भूत शब्द याद रखियो तत्तां वास्ते भी वरत्या। जिहड़े पंज तत्त ने इन्हां नूं भी भूत आख्या है, शरीर नूं भी भूत शब्द वरत्या गया, क्योंकि पंजां तत्तां तो बनया ना। इस करके इत्थे भूत का अर्थ करांगे शरीर। कह लगे सर्ब भूत, जिन्ने भी दुनिया दे विच जीव ने, जिन्ने भी शरीर ने, एक है कर जाने। सारियां दे विच हुण मैं एक परमात्मा नूं हाजिर नाजर वेख लिया। अगे भरम सी कि आ मेरा दोस्त है, आ मेरा दुश्मन है। अगे भरम सी आ मेरा अपना है, तो आ मेरा बगाना है। हुण ये भरम खत्म हो गया। हुण की हुंदा है जी, सब गोबिंद है, सब गोबिंद है, गोबिंद बिन नहीं कोई। सब मैं जोत, जोत है सोए तिसदा चानन, सब मैं चानन होए। पता कित्थों लगा, गुर साखी जोत प्रगट होए। गुरु की सिक्ख्या ते चलिया ते परमात्मा ने विखा दिता। भलिया रिश्ते शरीर दे नाल सन, इन्हां दे अंदर जिहड़ी आत्मा बैठी हुई है वो एक परमात्मा दी ही बैठी हुई है। बाहरों ही चेहरे बदलाए हुए ने ना, बाहरों ही वक्खो वक्ख उन्हां दे द्वार बने ने, अंदर चीज़ इक्को ही पई हुई है। अंदर जोत परमात्मा दी है। वो जोत मेरे अंदर है, उही तुहाडे अंदर है, उही हो जीवा जंतुओं के अंदर है। दुश्मन विच भी वो परमात्मा की जोत है, मित्र दे विच भी वो जोत है। पता किवें लगा, कहंदे जदों मैं परमात्मा दे नाल जुड़िया, सर्ब भूत एक कर जानिया। सारिया शरीरां दे विच एक परमात्मा नूं हाजिर नाजर जदों जानिया, फिर की होया, चूके बाद विवादा। बाद का अर्थ है झगड़ा, झमेले। विवाद का अर्थ है वाद विवाद, झगड़ा जिहड़ा वाधू दा पाया सी। कहते जिहड़ा मैं फालतू का झगड़ा पाया सी ना, कदे किसी नाल लड़दा सा, किसी नाल झगड़दा सा, अपनिਆਂ दे नाल लड़दा सा, कदी बेगानिਆਂ दे नाल लड़दा सा, कदी किसी नूं मारदा, कदी किसी नूं। कहते ये सारा ही खत्म हो गया। हुण दुश्मन रहा ही कोई नहीं। जिहड़ा है जो दुश्मन नाम की चीज़ ही कोई नहीं रही, जो सारे ही अपने ने। इनू होर सौखा करके मैं समाप्ति करा। साडा शरीर है जी, दो अखां ने। कदी दो अखां नूं आपस च लड़दिआं वेख्या तुसीं? कट्ठियां रहिंदियां ने ना। कदी आ अख ने दूजी सज्जी ने खब्बी नूं आख्या भी मैं तैनूं टिकन नहीं देना इत्थे। कदी एक कन्न ने दूजे कन्न नूं आख्या मैं नहीं टिकन देना। दो हत्थ लड़दे वेखे कदी? नहीं लड़दे। उन्होंने पता असीं इकट्ठे हाँ। केवल तो केवल मनुख लड़दा है, क्योंकि उहदे विच मैं मेरी बड़ी हुई है। जिस दिन मैं मेरी मुक जाती है, उस दिन ये लड़ाई भी सारी खत्म हो गई। कबीर साहब कह लगे चूके बाद विवादा। जिन्ने वाद विवाद झगड़े सन सारे खत्म हो गए। अखीर ते कह लगे कह कबीर मैं पूरा पाया
ਭਏ ਰਾਮ ਪ੍ਰਸਾਦਾ। ਇਹਦਾ ਸੱਸੇ ਪਰ ਬਿੰਦੀ ਨਹੀਂ ਲਾਉਣੀ, ਪ੍ਰਸ਼ਾਦਾ ਨਹੀਂ ਬਣਾਉਣਾ। ਪ੍ਰਸ਼ਾਦੇ ਦਾ ਅਰਥ ਹੋ ਜਾਏਗਾ ਰੋਟੀ, ਪ੍ਰਸਾਦਾ ਦਾ ਅਰਥ ਹੈ ਕਿਰਪਾ। ਕਹਿੰਦੇ ਭਏ ਰਾਮ ਪ੍ਰਸਾਦਾ, ਜਦੋਂ ਉਸ ਰਾਮ ਨੇ ਕਿਰਪਾ ਕਰ ਦਿੱਤੀ, ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਰਹਿਮਤ ਕਰ ਦਿੱਤੀ। ਕਹਿਣ ਲੱਗੇ ਕਹਿ ਕਬੀਰ ਮੈਂ ਪੂਰਾ ਪਾਇਆ। ਕਬੀਰ ਸਾਹਿਬ ਕਹਿੰਦੇ ਉਦੋਂ ਮੈਂ ਪੂਰੇ ਪ੍ਰਮਾਤਮਾ ਨੂੰ, ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਕਦੋਂ? ਜਦੋਂ ਅੰਦਰੋਂ ਵਿਕਾਰ ਚਲੇ ਗਏ, ਜਦੋਂ ਅੰਦਰੋਂ ਝਗੜੇ ਝਮੇਲੇ ਚਲੇ ਗਏ, ਜਦੋਂ ਤੇਰ ਮੇਰ ਖਤਮ ਹੋ ਗਈ, ਪ੍ਰਮਾਤਮਾ ਦੀ ਕਿਰਪਾ ਹੋਈ। ਕਿਰਪਾ ਹੋਣ ਦੀ ਦੇਰ ਸੀ, ਉਸੇ ਵੇਲੇ ਹੀ ਜਿਹੜਾ ਪ੍ਰਮਾਤਮਾ ਦੇ ਦੀਦਾਰ ਹੋ ਗਏ, ਉਸੇ ਵੇਲੇ ਸਾਰਾ ਕੁਝ ਕਲੀਅਰ ਹੋ ਗਿਆ। ਇੱਕ ਉਦਾਹਰਨ ਦੇ ਕੇ ਸਮਾਪਤੀ, ਜਿਵੇਂ ਸ਼ੀਸ਼ਾ ਹੈ, ਉਹਦੇ ਉੱਤੇ ਘੱਟਾ ਜੰਮਿਆ ਹੈ। ਸ਼ੀਸ਼ੇ ਦੇ ਸਾਹਮਣੇ ਤੁਸੀਂ ਖਲੋ ਤੇ ਚਿਹਰਾ ਨਹੀਂ ਚੰਗੀ ਤਰ੍ਹਾਂ ਨਜ਼ਰ ਆਉਂਦਾ, ਇਉਂ ਲੱਗਦਾ ਮੇਰਾ ਮੂੰਹ ਗੰਦਾ ਹੈ। ਮਨੁੱਖ ਕਹਿੰਦਾ ਮੂੰਹ ਧੋ ਲਈਏ ਕਿ ਸ਼ੀਸ਼ਾ ਧੋ ਲਈਏ। ਉਹ ਹੁਣ ਜੇ ਤੁਸੀਂ ਸ਼ੀਸ਼ੇ ਨੂੰ ਸਾਫ਼ ਕਰਦੇ ਹੋ, ਘੱਟੇ ਦੀ ਇੱਕ ਪਰਤ ਹੀ ਹੈ ਨਾ, ਇੱਕ ਲੇਅਰ ਹੀ ਹੈ, ਉਹਨੂੰ ਲਾਉਣ ਦੀ ਦੇਰ ਸੀ, ਸਾਰੇ ਦਾ ਸਾਰਾ ਕੁਝ ਸਪਸ਼ਟ ਹੋ ਗਿਆ। ਪਤਾ ਲੱਗਾ ਇਹ ਤਾਂ ਮੇਰੀ ਫੋਟੋ ਸੀ, ਮੈਂ ਹੀ ਸ਼ੀਸ਼ੇ ਦੇ ਸਾਹਮਣੇ ਖਲੋਤਾ। ਬਸ ਇਹ ਹਉਮੈ ਦੀ ਛੋਟੀ ਜੀ ਪਰਤ ਹੈ, ਜਿਸ ਵੇਲੇ ਗੁਰੂ ਦੀ ਕਿਰਪਾ ਦੇ ਨਾਲ ਲੱਥਦੀ, ਉਦੋਂ ਸਾਰਿਆਂ ਦੇ ਵਿੱਚ ਹੀ ਉਹ ਪਰਿਪੂਰਨ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ। ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ। ਜਦੋਂ ਉਸ ਰਾਮ ਨੇ ਕਿਰਪਾ ਪ੍ਰਸਾਦ, ਉਹਦੀ ਰਹਿਮਤ ਹੋ ਗਈ, ਕਹਿੰਦੇ ਉਦੋਂ ਮੈਨੂੰ ਪੂਰਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਗਿਆ। ਪਰਮਾਤਮਾ ਪ੍ਰਾਪਤ ਹੋਇਆ ਜਿੱਥੋਂ ਵਿਚਾਰ ਆਰੰਭ ਕੀਤੀ ਸੀ ਕਬੀਰ ਕਹਿੰਦੇ ਅਬ ਮੋਹਿ ਨਾਚਨੋ ਨਾ ਆਵੇ। ਹੁਣ ਪਰਮਾਤਮਾ ਮਿਲ ਗਿਆ, ਮਨ ਨਿੱਜ ਘਰ ਦੇ ਵਿੱਚ ਚਲਾ ਗਿਆ। ਹੁਣ ਇਹਨੇ ਕਿੱਥੇ ਭੁੜਕਣਾ ਸੀ, ਹੁਣ ਇਹਨੇ ਕਿੱਥੇ ਰੁਕਣਾ ਸੀ, ਕਿੱਥੇ ਭੱਜਣਾ ਸੀ? ਇੱਕ ਥਾਂ ਦੇ ਉੱਤੇ ਜਾ ਕੇ ਟਿਕ ਕੇ, ਆਪਣੇ ਨਿੱਜ ਆਸਣ ਦੇ ਉੱਤੇ ਟਿਕ ਕੇ ਜਿਹੜਾ ਇਹ ਸਦਾ ਦੇ ਆਰਾਮ ਦੀ ਨੀਂਦ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋ ਗਿਆ। ਸੋ ਇਹ ਸੀ ਪਾਵਨ ਸ਼ਬਦ ਦੀ ਵਿਚਾਰ, ਜਿਹਦਾ ਸਮੁੱਚਾ ਤੱਤ ਭਾਵ ਇਹ ਹੈ, ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਨਾਮ ਜਪਦਿਆਂ ਜਪਦਿਆਂ ਇੱਕ ਦਿਨ ਇਹ ਨਾਮੀ ਦੇ ਵਿੱਚ, ਪਰਮਾਤਮਾ ਦੇ ਵਿੱਚ, ਉਸ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦਾ ਹੈ। ਪਰਮਾਤਮਾ 'ਚ ਅਭੇਦਤਾ ਦੀ ਦੇਰ ਹੈ, ਸਾਰੇ ਝਗੜੇ ਝਮੇਲੇ, ਸਾਰੇ ਮਨ ਦੀਆਂ ਜਿਹੜੀਆਂ ਨੇ ਭਟਕਣਾ, ਜਿਹੜੀਆਂ ਚਿੰਤਾ ਝੋਰੇ ਖਤਮ ਹੋ ਜਾਂਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਸਰਬ ਭੂਤ ਏਕੈ ਕਰ ਜਾਣਿਆ, ਚੁਕੇ ਬਾਦ ਵਿਵਾਦਾ। ਕਹਿ ਕਬੀਰ ਮੈਂ ਪੂਰਾ ਪਾਇਆ, ਭਏ ਰਾਮ ਪ੍ਰਸਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ